Good morning, students, and welcome to the English class. Today, we are going to read a chapter from your Behive book. This is lesson number 3, and the name of the chapter is The Little Girl. So, this is the story about a little girl. ठीक है, जो कि ਆਪਣੇ ਫਾਦਰ ਤੋਂ ਬਹੁਤ ਜ਼ਿਆਦਾ ਡਰਦੀ ਆ। ਹੁਣ ਦੇਖੋ ਬੱਚੇ ਜੋ ਹੈਗੇ ਆ, ਤੁਸੀਂ ਲੋਕ ਵੀ ਹੈਗੇ ਹੋ, ਆਪਣੇ ਪੇਰੈਂਟਸ ਦੇ ਵਿੱਚੋਂ ਮੰਮੀ ਜਾਂ ਪਾਪਾ ਤੋਂ ਡਰਦੇ ਹੋ, ਠੀਕ ਹੈ, ਦੋਨਾਂ ਵਿੱਚੋਂ ਇੱਕ ਤੋਂ ਜਾਂ ਫਿਰ ਦੋਨਾਂ ਤੋਂ, ਠੀਕ ਹੈ। ਔਰ ਡਰਨ ਦਾ ਕੋਈ ਇੱਕ ਰੀਜ਼ਨ ਹੁੰਦਾ ਆ, ਠੀਕ ਹੈ ਨਾ। ਸੋ ਇਸ ਸਟੋਰੀ ਦੇ ਵਿੱਚ ਵੀ ਜਿਹੜੀ ਇੱਕ ਲੜਕੀ ਹੈ ਉਹ ਕੀ ਆ, ਬਹੁਤ ਡਰਦੀ ਆ ਆਪਣੇ ਫਾਦਰ ਤੋਂ, ਬਹੁਤ ਜ਼ਿਆਦਾ ਡਰਦੀ ਆ। ਔਰ ਸਮਟਾਈਮਸ ਤਾਂ ਇੱਦਾਂ ਲੱਗਦਾ ਕਿ ਉਹ ਆਪਣੇ ਫਾਦਰ ਨੂੰ ਹੇਟ ਕਰਦੀ ਆ। ਕਿਉਂ ਇੱਦਾਂ ਕਰਦੀ ਆ ਉਹ ਅਸੀਂ ਇਸ ਚੈਪਟਰ ਦੇ ਵਿੱਚ ਰੀਡ ਕਰਾਂਗੇ। ਸੋ ਲੈਟਸ ਗੈਟ ਸਟਾਰਟਡ। To the little girl, he was a figure to be feared and avoided. ਹੁਣ ਛੋਟੀ ਜਿਹੜੀ ਲੜਕੀ ਆ ਉਹਦੇ ਵਾਸਤੇ ਉਹ ਇੱਕ ਫਿਗਰ ਆਫ ਫੇਅਰ ਆ, ਮਤਲਬ ਜਿਹਦੇ ਤੋਂ ਉਹ ਡਰਦੀ ਆ ਤੇ ਉਹਨੂੰ ਅਵੋਇਡ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਠੀਕ ਹੈ। ਹੁਣ ਹੀ ਇੱਥੇ ਕੌਣ ਹੈ? ਹੀ ਜੋ ਹੈ ਉਹਦਾ ਫਾਦਰ ਹੈ, ਠੀਕ ਹੈ, ਲਿਟਲ ਗਰਲ ਦਾ। Every morning before going to work, he came into her room and gave her a casual kiss, to which she responded with goodbye, father. So ਜਦੋਂ ਆਫਿਸ ਜਾਣ ਤੋਂ ਪਹਿਲਾਂ ਹਰ ਮਾਰਨਿੰਗ ਉਹਦਾ ਫਾਦਰ ਜਿਹੜਾ ਉਹਦੇ ਰੂਮ ਦੇ ਵਿੱਚ ਆਉਂਦਾ ਆ, ਉਹਨੂੰ ਕਿਸ ਕਰਦਾ ਆ ਤੇ ਉਸ ਕਿਸ ਦਾ ਜਵਾਬ ਜਿਹੜੀ ਛੋਟੀ ਲੜਕੀ ਆ ਉਹ ਗੁੱਡ ਬਾਏ ਫਾਦਰ ਕਹਿ ਕੇ ਕਰਦੀ ਆ। And oh, there was a glad sense of relief when she heard the noise of the carriage growing fainter and fainter down the long road. So ਉਹਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਆਪਣੇ ਫਾਦਰ ਨੂੰ ਦੇਖ ਕੇ। ਪਹਿਲਾਂ ਤਾਂ ਜਦੋਂ ਉਹਦਾ ਫਾਦਰ ਆ ਜਾਂਦਾ ਹੈ ਆਫਿਸ ਜਾਣ ਤੋਂ ਪਹਿਲਾਂ, ਉਹਨੂੰ ਪਤਾ ਹੈ ਕਿ ਹੁਣ ਫਾਦਰ ਜਾ ਰਿਹਾ ਆ ਆਪਣੀ ਜੌਬ ਦੇ ਉੱਤੇ, ਆਪਣੇ ਆਫਿਸ ਜਾ ਰਿਹਾ ਆ। ਫਿਰ ਉਹਦੇ ਅੰਦਰ ਕੀ ਹੁੰਦਾ ਆ, ਬਹੁਤ ਬੜੀ ਹੀ ਸ਼ਾਂਤੀ, ਉਹਨੂੰ ਇੱਕ ਰਾਹਤ ਦੀ ਉਹ ਸਾਹ ਲੈਂਦੀ ਆ। ਰਿਲੀਫ ਹੁੰਦਾ ਆ, ਰਾਹਤ ਦੀ ਉਹ ਸਾਹ ਲੈਂਦੀ ਆ। ਤੇ ਜਿੱਦਾਂ ਜਿੱਦਾਂ ਉਹ ਜਿਸ ਕੈਰੇਜ ਦੇ ਵਿੱਚ ਉਹਦਾ ਫਾਦਰ ਜਾਂਦਾ ਆ ਆਫਿਸ ਦੇ ਵਿੱਚ ਬੈਠ ਕੇ, ਜਦੋਂ ਉਹਨੂੰ ਆਵਾਜ਼ ਜਿਹੜੀ ਆਉਣੀ ਉਹਦੀ ਫੇਂਟਰ, ਜਦੋਂ ਦੂਰ ਜੇ ਕੋਈ ਵਹੀਕਲ ਜਾਂ ਫਿਰ ਕੋਈ ਕੈਰੇਜ ਚਲਾ ਜਾਂਦਾ ਉਹਦੀ ਆਵਾਜ਼ ਆਣੀ ਘੱਟ ਜਾਂਦੀ ਆ ਨਾ, ਜਦੋਂ ਉਹਦੀ ਆਵਾਜ਼ ਆਣੀ ਘਟਣੀ ਸ਼ੁਰੂ ਹੋ ਜਾਂਦੀ ਆ, ਉਹ ਬੜੀ ਹੀ ਉਹਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਆਪਣੇ ਫਾਦਰ ਤੋਂ ਡਰਦੀ ਆ। ਹੁਣ ਇੰਨਾ ਉਹ ਆਪਣੇ ਫਾਦਰ ਤੋਂ ਡਰਦੀ ਕਿਉਂ ਆ ਕਿ ਜਿੱਦਾਂ ਕਿ ਸਟਾਰਟਿੰਗ ਦੇ ਵਿੱਚ ਲਿਖਿਆ ਕਿ ਉਹਦਾ ਫਾਦਰ ਉਹਦੇ ਵਾਸਤੇ ਇੱਕ ਡਰਨ ਵਾਲੀ ਤੇ ਉਹਨੂੰ ਨਜ਼ਰ ਅੰਦਾਜ਼ ਕਰਨ ਵਾਲੀ ਚੀਜ਼ ਸੀ। ਕਿਉਂ ਇੰਨਾ ਉਹ ਡਰਦੀ ਆ ਕਿ ਉਹਦੇ ਹੁੰਦਿਆਂ, ਆਪਣੇ ਫਾਦਰ ਦੇ ਘਰ ਦੇ ਵਿੱਚ ਹੁੰਦਿਆਂ ਉਹ ਇੰਨਾ ਜ਼ਿਆਦਾ ਡਰੀ ਹੋਈ ਰਹਿੰਦੀ ਆ, ਔਰ ਉਹਦੇ ਜਾਂਦੇ ਹੀ ਉਹਨੂੰ ਬੜੀ ਸ਼ਾਂਤੀ ਮਿਲ ਜਾਂਦੀ ਆ। ਕਿਉਂ ਹੋਇਆ ਇੱਦਾਂ ਉਹ ਅਸੀਂ ਰੀਡ ਕਰਾਂਗੇ ਫਰਦਰ। In the evening when he came home, she stood near the staircase and heard his loud voice in the hall. ਹੁਣ ਜਦੋਂ ਸ਼ਾਮ ਨੂੰ ਉਹਦਾ ਫਾਦਰ ਆਫਿਸ ਤੋਂ ਵਾਪਿਸ ਆ ਜਾਂਦਾ ਆ, ਫਿਰ ਉਹ ਲਿਟਲ ਗਰਲ ਕੀ ਕਰਦੀ ਆ, ਸਟੇਅਰਕੇਸ ਮਤਲਬ ਸੀੜੀਆਂ ਦੇ ਵਿੱਚ ਦੇ ਕੋਲ ਉਹ ਖੜੀ ਹੋ ਜਾਂਦੀ ਆ, ਠੀਕ ਹੈ। ਪਿਕਚਰ ਦੇ ਵਿੱਚ ਜਿੱਦਾਂ ਤੁਸੀਂ ਦੇਖ ਸਕਦੇ ਹੋ, ਇੱਕ ਬੱਚੀ ਜਿਹੜੀ ਆ ਉਹ ਖੜੀ ਹੈ ਸਟੇਅਰਕੇਸ ਦੇ ਉੱਤੇ, ਠੀਕ ਹੈ, ਨਾਲ ਲੱਗ ਕੇ ਖੜੀ ਹੈ। ਸੋ ਜਦੋਂ ਆਪਣੇ ਫਾਦਰ ਦੀ ਆਵਾਜ਼ ਸੁਣਦੀ ਆ ਤੇ ਉਹਦਾ ਫਾਦਰ ਕੀ ਕਹਿੰਦਾ ਹੁੰਦਾ ਆਫਿਸ ਤੋਂ ਆਉਂਦੇ ਹੋਏ, ਡੇਲੀ ਦਾ ਉਹਦਾ ਜਿਹੜਾ ਸ਼ਡਿਊਲ ਹੁੰਦਾ ਆ, bring my tea into the drawing room. Hasn't the paper come yet? Mother, go and see if my paper's out there and bring me my slippers. So ਹੁਣ ਉਹ ਆਫਿਸ ਤੋਂ ਆਉਣ ਤੋਂ ਬਾਅਦ ਕੀ ਕਹਿੰਦਾ ਹੈ ਕਿ ਮੇਰੀ ਜਿਹੜੀ ਟੀ ਹੈ ਉਹ ਡਰਾਇੰਗ ਰੂਮ ਚ ਲੈ ਆਓ, ਹਜੇ ਤੱਕ ਪੇਪਰ ਨਹੀਂ ਆਇਆ। ਆਪਣੀ ਮਦਰ ਨੂੰ ਕਹਿੰਦਾ ਹੈ ਉਹਦਾ ਫਾਦਰ, ਮਤਲਬ ਕਿ ਜਿਹੜੀ ਲੜਕੀ ਆ ਉਹਦੀ ਗ੍ਰੈਂਡ ਮਦਰ ਨੂੰ, ਕਿ ਮੇਰਾ ਪੇਪਰ ਲੈ ਕੇ ਆਓ ਤੇ ਮੇਰੇ ਸਲਿੱਪਰਸ ਵੀ ਲੈ ਕੇ ਆਓ। ਮਤਲਬ ਕਿ ਆਂਦਾ ਹੀ ਉਹ ਬੜਾ ਡੋਮੀਨੇਟਿੰਗ ਜਾਂ ਬਿਹੇਵ ਕਰਨ ਲੱਗ ਜਾਂਦਾ ਹੈ। ਇੱਦਾਂ ਸਾਰਾ ਕੁਛ ਉਹ ਜਿਹੜੀ ਲੜਕੀ ਆ ਉਹ ਸਟੇਅਰਕੇਸ ਦੇ ਕੋਲ ਖੜੀ ਡੇਲੀ ਜਿਹੜੀ ਆ ਦੇਖਦੀ ਰਹਿੰਦੀ ਆ ਹਰ ਰੋਜ਼। Kezia, mother would call her. If you are a good girl, you can come down and take off father's boots. ਹੁਣ ਲੜਕੀ ਦਾ ਨਾਮ ਕੀ ਆ, ਜਿਹੜੀ ਲਿਟਲ ਗਰਲ ਆ, ਕੇਜ਼ੀਆ, ਠੀਕ ਹੈ। ਉਹਦੀ ਮਦਰ ਉਹਨੂੰ ਆਵਾਜ਼ ਲਾਉਂਦੀ ਆ ਕਿ ਜੇ ਤੂੰ ਇੱਕ ਅੱਛੀ ਬੱਚੀ ਆ
ਤੇ ਤੂੰ ਸਟੇਅਰਕੇਸ ਦੇ ਉੱਤੇ ਸਟੇਅਰ ਦੇ ਕੋਲ ਹੀ ਖੜੀ ਆ ਨਾ, ਸਟੇਅਰ ਦੇ ਉੱਤੇ ਚੜ ਕੇ ਖੜੀ ਆ। ਉਹ ਕਹਿੰਦੀ ਹੈ ਕਿ ਜੇ ਤੂੰ, ਉਹਦੀ ਮਦਰ ਕਹਿੰਦੀ ਆ, ਜੇ ਤੂੰ ਅੱਛੀ ਬੱਚੀ ਆ ਨਾ, ਤੂੰ ਨੀਚੇ ਆ ਤੇ ਆਪਣੇ ਫਾਦਰ ਦੇ ਜਿਹੜੇ ਬੂਟ ਆ ਉਹ ਉਤਾਰ ਦੇ। Slowly the girl would slip down the stairs. ਹੁਣ ਉਹ ਹੌਲੀ ਹੌਲੀ ਸਟੇਅਰਸ ਤੋਂ ਨੀਚੇ ਉਤਰਦੀ ਆ। More slowly still across the hall and push open the drawing room door. ਤੇ ਫਿਰ ਕੀ ਕਰਦੀ ਆ ਉਹ, ਹੋਰ ਹੌਲੀ ਹੌਲੀ ਉਹ ਡਰਾਇੰਗ ਰੂਮ ਵੱਲ ਵੱਧਦੀ ਆ ਤੇ ਜਿਹੜਾ ਡਰਾਇੰਗ ਰੂਮ ਦਾ ਦਰਵਾਜ਼ਾ ਆ ਉਹਨੂੰ ਓਪਨ ਕਰਦੀ ਆ। ਤੇ ਫਾਦਰ ਦੇ ਆਂਦੇ ਹੀ ਉਹ ਲੜਕੀ ਜਿਹੜੀ ਆ ਉਹ ਕਿੰਨੀ ਜ਼ਿਆਦਾ ਡਰ ਜਾਂਦੀ ਆ। ਹੌਲੀ ਹੌਲੀ ਉਹ ਡਰਦੀ ਡਰਦੀ ਜਾਂਦੀ ਆ ਉਸ ਰੂਮ ਦੇ ਵਿੱਚ, ਜਦੋਂ ਉਹਦੀ ਮਦਰ ਉਹਨੂੰ ਆਵਾਜ਼ ਲਗਾਉਂਦੀ ਆ। By that time he had his spectacles on and looked at her over them in a way that was terrifying to the girl. ਹੁਣ ਜਦੋਂ ਉਸ ਡਰਾਇੰਗ ਰੂਮ ਦੇ ਵਿੱਚ ਉਹ ਲੜਕੀ ਜਿਹੜੀ ਕੇਜ਼ੀਆ ਪਹੁੰਚਦੀ ਆ, ਉਸ ਟਾਈਮ ਤੇ ਉਹਦਾ ਫਾਦਰ ਕੀ ਕਰ ਰਿਹਾ ਹੁੰਦਾ, ਉਹਨੇ ਆਪਣੇ ਸਪੈਕਟੇਕਲਸ ਔਨ ਮਤਲਬ ਉੱਪਰ ਨੂੰ ਕੀਤੇ ਹੁੰਦੇ ਆ, ਠੀਕ ਹੈ। ਤੇ ਉਹਦਾ ਜਿਹੜਾ ਦੇਖਣ ਦਾ ਤਰੀਕਾ ਹੁੰਦਾ ਆ ਉਹ ਕੁੜੀ ਨੂੰ ਡਰਾ ਦਿੰਦਾ ਆ, ਮਤਲਬ ਉਹ ਆਪਣੇ ਫਾਦਰ ਵੱਲ ਦੇਖਦੀ ਹੀ ਡਰ ਜਾਂਦੀ ਆ। Well, Kezia, hurry up and pull off these boots and take them outside. Have you been a good girl today? ਹੁਣ ਉਹਦਾ ਫਾਦਰ ਕਹਿੰਦਾ ਹੈ ਕਿ ਕੇਜ਼ੀਆ ਜਲਦੀ ਕਰ, ਜਿਹੜੇ ਬੂਟਸ ਆ ਉਤਾਰ ਕੇ ਬਾਹਰ ਰੱਖ ਦੇ, ਠੀਕ ਹੈ। ਫਿਰ ਉਹਨੂੰ ਪੁੱਛਦਾ ਹੈ ਕਿ ਤੂੰ ਸਾਰਾ ਦਿਨ ਇੱਕ ਚੰਗੀ ਅੱਛੀ ਬੱਚੀ ਦੀ ਤਰ੍ਹਾਂ ਬਿਹੇਵ ਕੀਤਾ ਨਾ, ਮਤਲਬ ਕੋਈ ਸ਼ਰਾਰਤ ਤਾਂ ਨਹੀਂ ਕੀਤੀ। ਕਈ ਵਾਰੀ ਪੇਰੈਂਟਸ ਪੁੱਛਦੇ ਆ ਨਾ, ਅਗਰ ਬਾਹਰ ਗਏ ਹੁੰਦੇ ਆ, ਬੱਚੇ ਨੂੰ ਘਰ ਛੱਡ ਕੇ ਗਏ ਹੁੰਦੇ ਆ ਤੇ ਫਿਰ ਆ ਕੇ ਪੁੱਛਦੇ ਆ ਕਿ ਤੂੰ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਸੀਗੀ, ਤੂੰ ਕੁਛ ਤਾਂ ਨਹੀਂ ਕੀਤਾ ਸੀਗਾ। I don't know father. ਹੁਣ ਉਹ ਹਕਲਾ ਕੇ ਬੋਲਦੀ ਆ, don't ਮਤਲਬ ਉਹ ਬੋਲਦੀ ਵੀ ਬੜੀ ਡਰ ਡਰ ਕੇ ਆਪਣੇ ਫਾਦਰ ਦੇ ਸਾਹਮਣੇ, ਉਹਦੀ ਆਵਾਜ਼ ਵੀ ਪ੍ਰੋਪਰਲੀ ਨਹੀਂ ਨਿਕਲਦੀ, ਉਹ ਹਕਲਾਉਣ ਲੱਗ ਜਾਂਦੀ ਆ ਆਪਣੇ ਫਾਦਰ ਨੂੰ ਦੇਖ ਕੇ। I don't know father, ਉਹ ਇੱਦਾਂ ਬੋਲਦੀ ਆ, ਠੀਕ ਹੈ, ਕਿ ਪਤਾ ਨਹੀਂ ਫਾਦਰ। You don't know? If you stutter like that, mother will have to take you to the doctor. ਹੁਣ ਉਹਦਾ ਫਾਦਰ ਕਹਿੰਦਾ you don't know, ਉਹਦੇ ਵਾਂਗੂ ਬੋਲ ਕੇ ਉਹਨੂੰ ਕਹਿੰਦਾ ਆ, ਕਹਿੰਦਾ ਸਟਟਰ ਹੁੰਦਾ ਆ ਹਕਲਾਣਾ, ਕਈ ਬੱਚੇ ਹਕਲਾ ਕੇ ਬੋਲਦੇ ਆ ਨਾ। ਸੋ ਉਹ ਕਹਿੰਦਾ ਕਿ ਜੇ ਤੂੰ ਏਦਾਂ ਹੀ ਸਟਟਰ ਕਰੇਂਗੀ ਨਾ, ਫਿਰ ਮਦਰ ਤੈਨੂੰ ਇੱਕ ਡਾਕਟਰ ਦੇ ਕੋਲ ਲੈ ਕੇ ਜਾਏਗੀ। She never stuttered with other people, had quite given it up, but only with father, because then she was trying so hard to say the words properly. ਹੁਣ ਉਹ ਬਾਕੀ ਲੋਕਾਂ ਦੇ ਨਾਲ ਸਟਟਰ ਨਹੀਂ ਕਰਦੀ ਜਿਹੜੀ ਕੇਜ਼ੀਆ ਆ। ਇਹ ਨਹੀਂ ਆ ਕਿ ਉਹ ਇੱਦਾਂ, ਕਈ ਹੁੰਦੇ ਆ ਨਾ ਕਿ ਬਾਈ ਬਰਥ ਜਿਹੜੇ ਬੱਚੇ ਹੁੰਦੇ ਉਹੀ ਉਹ ਇੱਦਾਂ ਦੇ ਹੁੰਦੇ ਆ, ਸਟਟਰਿੰਗ ਕਰਦੇ ਆ, ਬਟ ਕੇਜ਼ੀਆ ਜਿਹੜੀ ਆ ਉਹ ਬਾਕੀ ਲੋਕਾਂ ਦੇ ਨਾਲ ਸਟਟਰ ਨਹੀਂ ਕਰਦੀ। ਕਈ ਵਾਰ ਜੋ ਇੱਦਾਂ ਦਾ ਬਿਹੇਵੀਅਰ ਬੱਚੇ ਡਰ ਦੇ ਮਾਰੇ ਕਰਦੇ ਆ, ਠੀਕ ਹੈ ਨਾ। ਸੋ ਉਹ ਵੀ ਸਿਰਫ ਤੇ ਸਿਰਫ ਆਪਣੇ ਫਾਦਰ ਦੇ ਸਾਹਮਣੇ ਜਾ ਕੇ ਹੀ ਸਟਟਰਿੰਗ ਕਰਦੀ ਆ, ਅਦਰਵਾਈਜ਼ ਉਹ ਸਟਟਰ ਨਹੀਂ ਕਰਦੀ, ਠੀਕ ਹੈ। ਸੋ ਉਹ ਆਪਣੇ ਫਾਦਰ ਦੇ ਸਾਹਮਣੇ ਕੋਈ ਵੀ ਵਰਡ ਪ੍ਰੋਪਰਲੀ ਬੋਲ ਹੀ ਨਹੀਂ ਪਾਉਂਦੀ, ਉਹ ਇੰਨਾ ਡਰਦੀ ਆ ਆਪਣੇ ਫਾਦਰ ਕੋਲੋਂ। What is the matter? What are you looking so wretched about? ਹੁਣ ਉਹਦਾ ਫਾਦਰ ਕੇਜ਼ੀਆ ਨੂੰ ਪੁੱਛਦਾ ਪਿਆ ਆ ਕਿ ਕੀ ਪ੍ਰੋਬਲਮ ਕੀ ਆ ਤੇਰੇ ਨਾਲ, ਮਤਲਬ ਤੂੰ ਇੰਨਾ ਹਕਲਾ ਕਿਉਂ ਰਹੀ ਆ, ਠੀਕ ਹੈ, ਔਰ ਦੇਖਣ ਨੂੰ ਵੀ ਬੜੀ ਡਰੀ ਡਰੀ ਜੀ ਸੈਮੀ ਜੀ ਲੱਗ ਰਹੀ ਆ। ਦੈਨ what are you looking so wretched about? ਉਹ ਕਹਿੰਦਾ ਕਿ ਤੂੰ ਕਿਸ ਚੀਜ਼ ਨੂੰ ਲੈ ਕੇ ਇੰਨੀ ਦੁਖੀ, ਰੈਸਟ ਹੁੰਦਾ ਦੁਖੀ, ਠੀਕ ਹੈ, ਕਿਸ ਚੀਜ਼ ਨੂੰ ਕਹਿੰਦਾ ਲੈ ਕੇ ਇੰਨੀ ਦੁਖੀ ਜੀ ਦਿਸ ਰਹੀ ਆ। Mother, I wish you taught this child not to appear on the brink of suicide. ਉਹ ਕਹਿੰਦਾ ਆਪਣੀ ਮਾਂ ਨੂੰ ਹੁਣ ਕਿ ਮਾਂ ਮੈਂ ਚਾਹੁੰਦਾ ਹੈ ਕਿ ਤੂੰ ਇਸ ਬੱਚੀ ਨੂੰ ਸਿਖਾ ਕਿ ਏਦਾਂ ਦੁਖੀ ਨਾ ਦਿਸਿਆ ਕਰੇ, ਕਿ ਏਦਾਂ ਲੱਗਦਾ ਇਹਨੂੰ ਦੇਖ ਕੇ ਕਿ ਇਹ ਬ੍ਰਿੰਕ ਆਫ ਸੁਸਾਈਡ ਹੁੰਦਾ ਹੈ, ਮਤਲਬ ਆਤਮ ਹੱਤਿਆ ਦੀ ਕਗਾਰ ਤੇ, ਕਿ ਇਦਾਂ ਦਿਖ ਰਹੀ ਹੈ ਕਿ ਆਤਮ ਹੱਤਿਆ ਦੀ ਕਗਾਰ ਤੇ ਹੋਵੇ। ਤੂੰ ਇਹਨੂੰ ਮਤਲਬ ਸਿਖਾ ਕਿ ਇਦਾਂ ਦੁਖੀ ਨਾ ਰਿਹਾ ਕਰੇ। Here Kezia, carry my teacup back to the table carefully. ਫਿਰ ਉਹ ਕਹਿੰਦਾ ਆ ਕਿ ਆਪਣੀ ਬੇਟੀ ਨੂੰ ਚਾਹ ਪੀ ਲੈਂਦਾ, ਉਹ ਕਹਿੰਦਾ ਕਿ ਮੇਰਾ ਜਿਹੜਾ ਕੱਪ ਹੈ ਨਾ, ਟੀ ਕੱਪ, ਉਹਨੂੰ ਬੜੇ ਹੀ ਧਿਆਨ ਦੇ ਨਾਲ ਟੇਬਲ ਦੇ ਉੱਤੇ ਰੱਖ ਦੇ। He was so big, his hands and his neck, especially his mouth when he yawned. ਹੁਣ ਉਹਦਾ ਜਿਹੜੇ ਫਾਦਰ ਦੀ ਅਪੀਅਰੈਂਸ ਦੱਸੀ ਆ ਕਿ ਉਹਦੀ ਮਤਲਬ ਹਾਈਟ ਬਹੁਤ ਜ਼ਿਆਦਾ ਸੀ, ਉਹ ਬਹੁਤ ਬਿਗ ਸੀ,
ਹਿਜ਼ ਹੈਂਡਸ ਐਂਡ ਹਿਜ਼ ਨੈਕ, ਉਹਦੇ ਹੈਂਡਸ ਤੇ ਉਹਦੀ ਨੈਕ ਵੀ ਬਹੁਤ ਲੰਬੀ ਸੀ, ਉਹਦੇ ਹੱਥ ਬਹੁਤ ਵੱਡੇ ਸੀ। ਤੇ ਸਪੈਸ਼ਲੀ ਜਿਹੜਾ ਉਹਦਾ ਮਾਊਥ ਸੀਗਾ, ਯੌਨ ਹੁੰਦਾ ਆ ਜਦੋਂ ਆਪਾਂ ਕੀ ਉਵਾਸੀ ਲੈਂਦੇ ਆ, ਠੀਕ ਹੈ। ਉਹ ਕਹਿੰਦਾ ਕਿ ਜਦੋਂ ਯੌਨ ਕਰਦਾ ਸੀਗਾ ਉਦੋਂ ਉਹਦਾ ਮਾਊਥ ਜਿਹੜਾ ਸੀ ਬਹੁਤ ਵੱਡਾ ਲੱਗਦਾ ਸੀ। ਥਿੰਕਿੰਗ ਅਬਾਊਟ ਹਿਮ ਅਲੋਨ ਵਾਜ਼ ਲਾਈਕ ਥਿੰਕਿੰਗ ਅਬਾਊਟ ਅ ਜੈਨ। ਹੁਣ ਕਹਿੰਦੇ ਕਿ ਉਹਨੂੰ ਦੇਖ ਕੇ ਇਦਾਂ ਲੱਗਦਾ ਸੀਗਾ, ਰਾਈਟਰ ਕਹਿ ਰਹੀ ਹੈ ਇੱਥੇ ਕਿ ਉਹਦੇ ਫਾਦਰ ਨੂੰ ਦੇਖ ਕੇ ਇਦਾਂ ਲੱਗਦਾ ਸੀਗਾ ਕਿ ਉਹ ਕੀ ਆ, ਜੈਨ ਕੀ ਹੁੰਦਾ ਆ, ਕੋਈ ਦੈਂਤ ਕਹਿ ਸਕਦੇ ਆਪਾਂ, ਕਿ ਉਹ ਇੱਕ ਹਿਊਮਨ ਬੀਇੰਗ ਨਹੀਂ, ਇੱਕ ਜੈਂਟ ਹੋਵੇ। ਉਹਦੀ ਅਪੀਅਰੈਂਸ ਇਦਾਂ ਦੀ ਲੱਗਦੀ ਸੀ ਦੇਖਣ ਨੂੰ। On Sunday afternoons, grandmother sent her down to the drawing room to have a nice talk with father and mother. ਹੁਣ ਸੰਡੇ ਜਦੋਂ ਦੁਪਹਿਰ ਨੂੰ, ਹਰ ਸੰਡੇ ਦੁਪਹਿਰ ਨੂੰ ਜਦੋਂ ਫਾਦਰ ਸੰਡੇ ਨੂੰ ਆਫਿਸ ਨਹੀਂ ਜਾਂਦਾ ਸੀ, ਆਫ ਹੁੰਦਾ ਸੀ, ਘਰ ਹੁੰਦਾ ਸੀ, ਤੇ ਕੇਜ਼ੀਆ ਦੀ ਗ੍ਰੈਂਡਮਦਰ ਕੀ ਕਰਦੀ ਸੀ, ਕੇਜ਼ੀਆ ਨੂੰ ਆਪਣੇ ਫਾਦਰ ਤੇ ਮਦਰ ਦੇ ਨਾਲ ਗੱਲਬਾਤ ਕਰਨ ਵਾਸਤੇ ਡਰਾਇੰਗ ਰੂਮ ਦੇ ਵਿੱਚ ਭੇਜ ਦਿੰਦੀ ਸੀਗੀ, ਤਾਂ ਕਿ ਉਹ ਚੰਗੀ ਤਰ੍ਹਾਂ ਆਪਣੇ ਫਾਦਰ ਤੇ ਮਦਰ ਦੇ ਨਾਲ ਟਾਈਮ ਸਪੈਂਡ ਕਰ ਸਕੇ ਤੇ ਉਹਨਾਂ ਨਾਲ ਗੱਲ ਕਰ ਸਕੇ। But the little girl always found mother reading and father stretched out on the sofa, his handkerchief on his face, his feet on one of the best cushions, sleeping soundly and snoring. ਹੁਣ ਬਟ ਜਿਹੜੀ ਕੇਜ਼ੀਆ ਉਹ ਡਰੀ ਹੁੰਦੀ ਸੀ, ਜਿੱਦਾਂ ਕਿ ਅਸੀਂ ਪਹਿਲਾਂ ਹੀ ਰੀਡ ਕੀਤਾ ਕਿ ਆਪਣੇ ਫਾਦਰ ਤੋਂ ਬਹੁਤ ਡਰਦੀ ਆ, ਠੀਕ ਹੈ। ਉਹ ਗਈ ਆ, ਜਾਂਦੀ ਆ ਉੱਥੇ ਤੇ ਉਹ ਹਮੇਸ਼ਾ ਇਹੀ ਦੇਖਦੀ ਆ ਕਿ ਉਹਦੀ ਮਦਰ ਜਿਹੜੀ ਆ ਉਹ ਗਈ ਆ ਕੁਛ ਨਾ ਕੁਛ ਰੀਡ ਕਰ ਰਹੀ ਹੁੰਦੀ ਆ, ਤੇ ਉਹਦਾ ਜਿਹੜਾ ਫਾਦਰ ਆ ਉਹ ਸੋਫੇ ਦੇ ਉੱਤੇ ਲੇਟਿਆ ਹੁੰਦਾ ਆ, ਸਟ੍ਰੈਚ ਮਤਲਬ ਪਸਰ ਕੇ, ਠੀਕ ਹੈ, ਫੈਲ ਕੇ ਉਹ ਲੇਟਿਆ ਹੁੰਦਾ ਸੀ ਸੋਫੇ ਦੇ ਉੱਤੇ, ਤੇ ਆਪਣਾ ਹੈਂਕਰਚੀਫ ਜਿਹੜਾ ਹੈਂਕੀ ਹੁੰਦਾ ਸੀ ਉਹਨੇ ਆਪਣੇ ਫੇਸ ਦੇ ਉੱਤੇ ਰੱਖਿਆ ਹੁੰਦਾ ਸੀ ਫਾਦਰ ਨੇ, ਤੇ ਉਹਦੇ ਜਿਹੜੇ ਫੀਟ ਹੁੰਦੇ ਸੀ ਉਹ ਉਹਨੇ ਕੁਸ਼ਨਸ ਦੇ ਉੱਤੇ ਰੱਖੇ ਹੁੰਦੇ ਸੀ। ਸੋਫਾ ਦੇ ਉੱਤੇ ਜਿਹੜੇ ਕੁਸ਼ਨਸ ਪਏ ਹੁੰਦੇ ਸੀ ਉਹਦੇ ਉੱਤੇ ਉਹਨੇ ਆਪਣੇ ਪੈਰ ਰੱਖੇ ਹੁੰਦੇ ਸੀ। ਇੱਕ ਤੇ ਉਹ ਸੁੱਤਾ ਹੁੰਦਾ ਸੀ ਉਹਦਾ ਫਾਦਰ, ਤੇ ਸਨੋਰਿੰਗ ਕੀ ਹੁੰਦਾ ਆ, ਖਰਾਟੇ ਲੈਣਾ, ਠੀਕ ਹੈ। ਸੋ ਉਹ ਕੀ ਕਰਦਾ ਹੁੰਦਾ ਸੀਗਾ, ਇਦਾਂ ਹੀ ਹੈਂਕਰਚੀਫ ਰੱਖ ਕੇ ਕੁਸ਼ਨ ਦੇ ਉੱਤੇ ਲੇਟ ਕੇ, ਕੁਸ਼ਨ ਦੇ ਉੱਤੇ ਪੈਰ ਰੱਖ ਕੇ ਲੇਟ ਕੇ ਸਾਊਂਡਲੀ, ਜ਼ੋਰ ਜ਼ੋਰ ਦੀ ਮਤਲਬ ਸਨੋਰਿੰਗ ਕਰਦਾ ਹੁੰਦਾ ਸੀਗਾ। She sat on a stool, gravely watched him until he woke and stretched and asked the time, then looked at her. ਹੁਣ ਉਹ ਉੱਥੇ ਵਿਚਾਰੀ ਜਾਂਦੀ ਆ, ਉਹ ਬੈਠੀ ਦੇਖਦੀ ਰਹਿੰਦੀ ਹੈ, ਇੱਕ ਸਟੂਲ ਦੇ ਉੱਤੇ ਬੈਠ ਜਾਂਦੀ ਆ ਤੇ ਉਹ ਦੇਖਦੀ ਰਹਿੰਦੀ ਆ। ਜਦੋਂ ਉਹਦਾ ਫਾਦਰ ਉੱਠਦਾ ਆ ਤੇ ਉਹ ਕੀ ਕਰਦਾ ਆ, ਟਾਈਮ ਪੁੱਛਦਾ ਆ, ਦੈਨ ਉਹ ਕੇਜ਼ੀਆ ਵੱਲ ਦੇਖਦਾ ਆ। Don't stare so, Kezia. You look like a little brown owl. ਹੁਣ ਉਹ ਕਹਿੰਦਾ ਕਿ ਕੇਜ਼ੀਆ ਤੂੰ ਮੇਰੇ ਵੱਲ ਇਹਦਾ ਘੂਰ ਨਾ, ਉਹ ਬੜਾ ਘੂਰ ਘੂਰ ਕੇ ਦੇਖਦੀ ਹੁੰਦੀ ਆ ਸੁੱਤੇ ਪਏ ਨੂੰ ਆਪਣੇ ਫਾਦਰ ਨੂੰ। ਦੈਨ ਉਹ ਕਹਿੰਦਾ ਕਿ ਤੂੰ ਮੇਰੇ ਵੱਲ ਏਦਾਂ ਘੂਰ ਨਾ, ਜਦੋਂ ਤੂੰ ਏਦਾਂ ਦੇਖਦੀ ਆ ਇੱਕ ਕੀ ਤੂੰ ਕਿੱਦਾਂ ਦੀ ਲੱਗਦੀ ਆ, ਇੱਕ ਲਿਟਲ ਬਰਾਊਨ ਆਊਲ ਵਰਗੀ, ਇੱਕ ਉੱਲੂ ਵਰਗੀ ਦਿਖਦੀ ਆ ਜਦੋਂ ਤੂੰ ਏਦਾਂ ਘੂਰ ਘੂਰ ਕੇ ਦੇਖਦੀ ਆ। One day when she was kept indoors with cold, her grandmother told her that father's birthday was next week. ਹੁਣ ਇੱਕ ਦਿਨ ਕੀ ਹੋਇਆ, ਜਿਹੜੀ ਕੇਜ਼ੀਆ ਆ ਉਹਨੂੰ ਅੰਦਰ ਹੀ ਰਹਿਣਾ ਪਿਆ ਘਰ ਦੇ, ਕਿਉਂਕਿ ਉਹਨੂੰ ਕੋਲਡ ਹੋ ਗਿਆ, ਠੀਕ ਹੈ। ਦੈਨ ਜਿਹੜੀ ਉਹਦੀ ਗ੍ਰੈਂਡਮਦਰ ਸੀ ਉਹਨੇ ਦੱਸਿਆ ਕਿ ਉਹਦੇ ਫਾਦਰ ਦਾ ਨੈਕਸਟ ਵੀਕ ਕੀ ਆ, ਬਰਥਡੇ ਆ ਰਿਹਾ ਆ, ਐਂਡ ਸਜੈਸਟਡ ਸ਼ੀ should make him a pin cushion for a gift out of a beautiful piece of yellow silk. ਹੁਣ ਉਹ ਕੇਜ਼ੀਆ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਫਾਦਰ ਦੇ ਬਰਥਡੇ ਵਾਸਤੇ ਕੀ ਬਣਾ, ਇੱਕ ਪਿਨ ਕੁਸ਼ਨ ਬਣਾ। ਪਿਨ ਕੁਸ਼ਨ ਕੀ ਹੁੰਦਾ, ਜਿਹਦੇ ਵਿੱਚ ਪਿੰਸ ਵਗੈਰਾ ਰੱਖੀਆਂ ਜਾਂਦੀਆਂ ਆ। ਉਹ ਕੀ ਹੁੰਦਾ, ਜਿੱਦਾਂ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਸਪੌਂਜ ਹੁੰਦੀ ਹੈ ਇਹਦੇ ਵਿੱਚ, ਠੀਕ ਹੈ, ਜਾਂ ਫਿਰ ਕੋਈ ਸੌਫਟ ਚੀਜ਼ ਭਰ ਕੇ ਆਲੇ ਦੁਆਲੇ ਕੱਪੜਾ ਵਗੈਰਾ ਲਗਾ ਕੇ ਤੇ ਉਹਨੂੰ ਕੀ ਕੀਤਾ ਜਾਂਦਾ, ਸਟਿਚ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਵਿੱਚ ਫਿਰ ਪਿੰਸ ਵਗੈਰਾ ਲਗਾ ਕੇ ਰੱਖੀਆਂ ਜਾਂਦੀਆਂ ਆ, ਠੀਕ ਹੈ। ਪੇਪਰ ਵਰਕ ਵਾਸਤੇ ਜਿੱਦਾਂ ਕੋਈ ਪਿੰਸ ਵਗੈਰਾ ਯੂਜ਼ ਕਰਦੇ ਆ ਉਹਦੇ ਵਿੱਚ ਰੱਖ ਦਿੰਦੇ ਆ, ਸੋ ਉਹਨੂੰ ਪਿਨ ਕੁਸ਼ਨ ਆਪਾਂ ਕਹਿੰਦੇ ਆ। ਹੁਣ ਉਹਦੀ ਦਾਦੀ ਕਹਿੰਦੀ ਕਿ ਤੂੰ ਗਿਫਟ ਵਾਸਤੇ ਆਪਣੇ ਫਾਦਰ ਲਈ ਕੀ ਬਣਾ, ਇੱਕ ਪਿਨ ਕੁਸ਼ਨ ਬਣਾ ਬਿਊਟੀਫੁਲ ਯੈਲੋ ਸਿਲਕ ਦੇ ਕੱਪੜੇ ਦਾ, ਠੀਕ ਹੈ। Laboriously with a double cotton, the little girl stitched 3 sides, but what to fill it with? ਹੁਣ ਜਿਹੜੀ ਕੁੜੀ ਆ ਉਹਨੇ ਆਪਣੀ ਦਾਦੀ ਦਾ ਕਹਿਣਾ ਮੰਨ ਕੇ ਉਦਾਂ ਹੀ ਕੀਤਾ, ਪਿਨ ਕੁਸ਼ਨ ਜਿਹੜਾ ਆ ਆਪਣੇ ਫਾਦਰ ਲਈ ਉਹਨੇ ਬਣਾਉਣਾ ਸ਼ੁਰੂ ਕੀਤਾ।
ਲੈਬੋਰਸਲੀ ਦਾ ਮਤਲਬ ਹੁੰਦਾ ਆ ਬੜੀ ਹੀ ਮਿਹਨਤ ਦੇ ਨਾਲ। ਹੁਣ ਉਸ ਛੋਟੀ ਜਿਹੀ ਬੱਚੀ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਪਿਨ ਕੁਸ਼ਨ ਆ ਆਪਣੇ ਫਾਦਰ ਦੇ ਬਰਥਡੇ ਵਾਸਤੇ ਬਣਾਉਣਾ ਜਿਹੜਾ ਆ ਉਹ ਸ਼ੁਰੂ ਕੀਤਾ। ਦੈਨ ਡਬਲ ਕਾਟਨ ਦੇ ਨਾਲ ਉਹਨੇ ਬਣਾਇਆ ਪਿਨ ਕੁਸ਼ਨ ਨੂੰ, 3 ਸਾਈਡਸ ਤੋਂ ਉਹਨੇ ਸਟਿਚ ਕਰ ਦਿੱਤਾ ਉਸ ਕੁਸ਼ਨ ਨੂੰ। ਤੇ ਹੁਣ ਉਹਦੇ ਵਿੱਚ ਕੁਝ ਭਰਨਾ ਵੀ ਹੈ ਨਾ, ਜਿੱਦਾਂ ਮੈਂ ਕਿਹਾ ਕਿ ਉਹਦੇ ਵਿੱਚ ਕੁਝ ਭਰਿਆ ਜਾਂਦਾ ਆ, ਕਾਟਨ ਵਗੈਰਾ ਜਾਂ ਕੋਈ ਚੀਜ਼, ਠੀਕ ਹੈ, ਸੌਫਟ ਕੋਈ ਚੀਜ਼। ਬਟ what to fill it with, ਹੁਣ ਕਹਿੰਦੇ ਕਿ ਇਹਦੇ ਵਿੱਚ ਉਹ ਭਰੇਗੀ ਕੀ। that was the question, ਹੁਣ ਉਹਦੇ ਲਈ ਸਵਾਲ ਸੀ ਕਿ ਉਸ ਪਿਨ ਕੁਸ਼ਨ ਦੇ ਵਿੱਚ ਉਹ ਕੀ ਭਰੇ। The grandmother was out in the garden and she wandered into mother's bedroom to look for scraps. ਹੁਣ ਉਹਦੀ ਗ੍ਰੈਂਡਮਦਰ ਗਾਰਡਨ ਦੇ ਵਿੱਚ ਸੀ ਬਾਹਰ, ਤੇ ਉਹਨੂੰ ਪੁੱਛਣ ਨਹੀਂ ਜਾ ਸਕਦੀ ਹੁਣ ਬਾਹਰ, ਉਹ ਗਿਫਟ ਰੈਡੀ ਕਰ ਰਹੀ ਆ। ਦੈਨ ਉਹ ਕੀ ਕਰਦੀ ਆ, ਆਪਣੀ ਮਦਰ ਦੇ ਰੂਮ ਦੇ ਵਿੱਚ ਜਾਂਦੀ ਆ ਕਿ ਉੱਥੋਂ ਉਹਨੂੰ ਕੁਝ ਮਿਲ ਜਾਵੇ ਕੁਸ਼ਨ ਦੇ ਵਿੱਚ ਭਰਨ ਵਾਸਤੇ। On the bed table, she discovered a great many sheets of fine paper, gathered them up, tore them into tiny pieces, and stuffed her case, then sewed up the fourth side. ਹੁਣ ਉਹਨੂੰ ਉਸ ਰੂਮ ਦੇ ਵਿੱਚ, ਆਪਣੀ ਮਦਰ ਦੇ ਰੂਮ ਦੇ ਵਿੱਚ ਕੀ ਮਿਲਦਾ ਆ, ਕੁਝ ਸ਼ੀਟਸ ਪੇਪਰ ਦੀਆਂ ਪਈਆਂ ਹੁੰਦੀਆਂ ਆ, ਉਹਨਾਂ ਨੂੰ ਇਕੱਠਾ ਕਰਦੀ ਆ, ਟੁਕੜਿਆਂ ਦੇ ਵਿੱਚ ਕੱਟਦੀ ਆ ਤੇ ਆਪਣੇ ਪਿਨ ਕੁਸ਼ਨ ਦੇ ਵਿੱਚ ਸਟਫ ਕਰਕੇ ਚੌਥੀ ਸਾਈਡ ਨੂੰ ਵੀ ਸਟਿਚ ਕਰ ਦਿੰਦੀ ਆ। ਇਦਾਂ ਉਹ ਜਿਹੜਾ ਗਿਫਟ ਉਹ ਬਣਾ ਲੈਂਦੀ ਆ। That night there was a hue and cry in the house. Father's great speech for the Port Authority had been lost. ਹੁਣ ਉਸ ਰਾਤ, ਜਿਸ ਰਾਤ ਉਹਨੇ ਇਹ ਆਪਣਾ ਗਿਫਟ ਬਣਾਇਆ ਸੀਗਾ ਕੇਜ਼ੀਆ ਨੇ ਫਾਦਰ ਦੇ ਬਰਥਡੇ ਲਈ, ਉਸ ਰਾਤ ਕੀ ਹੋਇਆ, ਘਰ ਦੇ ਵਿੱਚ ਬੜਾ ਹੀ ਹੰਗਾਮਾ ਹੋਇਆ। ਕਿਉਂ ਹੋਇਆ ਸੀ ਹੰਗਾਮਾ? ਕਿਉਂਕਿ ਉਹਦੇ ਫਾਦਰ ਦੀ ਜਿਹੜੀ ਇੱਕ ਸਪੀਚ ਸੀ ਉਹਨੇ ਰੈਡੀ ਕੀਤੀ ਸੀ ਪੋਰਟ ਅਥਾਰਟੀ ਤੇ ਬੋਲਣ ਵਾਸਤੇ, ਉਹ ਗੁੰਮ ਹੋ ਗਈ ਸੀ। ਰੂਮਸ ਵਰ ਸਰਚਡ, ਸਰਵੈਂਟਸ ਕੁਐਸਚਨਡ, ਹੁਣ ਹਰੇਕ ਕਮਰਾ ਲੱਭਿਆ ਗਿਆ ਕਿ ਉਹਦੀ ਜਿਹੜੀ ਸਪੀਚ ਸੀ ਉਹ ਕਿੱਥੇ ਚਲੇਗੀ, ਕਿੱਥੇ ਰੱਖੀ ਉਹਨੇ। ਸਰਵੈਂਟਸ ਨੂੰ ਪੁੱਛਿਆ ਗਿਆ ਕਿ ਕਿੱਥੇ ਹੈ ਉਹਦੀ ਸਪੀਚ। ਫਾਈਨਲੀ ਮਦਰ ਕੇਮ ਇਨਟੂ ਕੇਜ਼ੀਆਸ ਰੂਮ। ਫਾਈਨਲੀ ਕੀ ਹੋਇਆ, ਸਾਰਿਆਂ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਕੇਜ਼ੀਆ ਦੇ ਰੂਮ ਦੇ ਵਿੱਚ ਉਹਦੀ ਮਦਰ ਆਂਦੀ ਆ। Kezia, I suppose you didn't see some papers on a table in our room. ਉਹ ਪੁੱਛਦੀ ਹੈ ਕਿ ਕੇਜ਼ੀਆ, ਮੈਨੂੰ ਉਮੀਦ ਆ ਕਿ ਤੂੰ ਸਾਡੇ ਰੂਮ ਦੇ ਵਿੱਚ ਟੇਬਲ ਦੇ ਉੱਤੇ ਕੋਈ ਪੇਪਰਸ ਨਹੀਂ ਦੇਖੇ ਹੋਣਗੇ। Oh yes, she said. I tore them up for my surprise. ਉਹ ਕਹਿੰਦੀ ਹਾਂ ਮੈਂ ਦੇਖੇ ਸੀਗੇ ਤੇ ਮੈਂ ਉਹਨਾਂ ਨੂੰ ਟੁਕੜਿਆਂ ਦੇ ਵਿੱਚ ਕੀ ਆ ਕੱਟ ਦਿੱਤਾ, ਆਪਣਾ ਸਰਪ੍ਰਾਈਜ਼ ਜਿਹੜਾ ਰੈਡੀ ਕਰਨ ਵਾਸਤੇ। What? Screamed mother. Come straight down to the dining room this instant. And she was dragged down to where father was pacing to and fro, hands behind his back. ਹੁਣ ਕੀ ਹੁੰਦਾ ਆ, ਉਹਦੀ ਮਾਂ ਸੁਣ ਕੇ ਬੜਾ ਹੀ ਚੀਕ ਕੇ ਕਹਿੰਦੀ ਆ ਕਿ ਕੀ ਹੈਰਾਨ ਹੋ ਗਏ ਕਿ ਤੂੰ ਜਿਹੜੇ ਪੇਪਰ ਸੀ ਉਹਨੂੰ ਪੀਸਿਸ ਦੇ ਵਿੱਚ ਕੱਟ ਦਿੱਤਾ। ਉਹ ਬੜੀ ਹੀ ਸਕਰੀਮ ਜੀ ਹੋ ਕੇ, ਮਤਲਬ ਚੀਕ ਕੇ ਉਹਨੂੰ ਕਹਿੰਦੀ ਆ। ਫਿਰ ਉਹ ਕਹਿੰਦੀ ਆ ਕਿ ਨੀਚੇ ਆ ਡਾਈਨਿੰਗ ਰੂਮ ਦੇ ਵਿੱਚ, ਕੇਜ਼ੀਆ ਨੂੰ ਬੁਲਾਉਂਦੀ ਆ। ਫਿਰ ਉਹਨੂੰ ਉਹਦੀ ਮਦਰ ਉੱਥੇ ਲੈ ਕੇ ਜਾਂਦੀ ਆ ਜਿੱਥੇ ਉਹਦਾ ਫਾਦਰ ਜਿਹੜਾ ਆ ਪੇਸਿੰਗ ਟੂ ਐਂਡ ਫਰੋ ਦਾ ਮਤਲਬ ਹੁੰਦਾ ਆ ਜਦੋਂ ਗੁੱਸੇ ਦੇ ਵਿੱਚ ਕੋਈ ਆਪਣੇ ਹੱਥਾਂ ਨੂੰ ਬੈਕ ਦੇ ਉੱਤੇ ਰੱਖ ਕੇ ਇੱਧਰ ਉੱਧਰ ਟਹਿਲਦਾ ਹੁੰਦਾ ਆ। ਸੋ ਉਹਦਾ ਫਾਦਰ ਇੱਦਾਂ ਕਰ ਰਿਹਾ ਸੀ, ਆਪਣੇ ਹੱਥਾਂ ਨੂੰ ਆਪਣੀ ਬੈਕ ਦੇ ਪਿੱਛੇ ਰੱਖ ਕੇ ਗੁੱਸੇ ਦੇ ਵਿੱਚ ਇੱਧਰ ਉੱਧਰ ਟਹਿਲ ਰਿਹਾ ਸੀ ਜਦੋਂ ਕੇਜ਼ੀਆ ਡਾਈਨਿੰਗ ਰੂਮ ਦੇ ਵਿੱਚ ਜਾਂਦੀ ਆ। ਵੈਲ, ਹੀ ਸੈਡ ਸ਼ਾਰਪਲੀ। ਹੁਣ ਬੜੇ ਗੁੱਸੇ ਦੇ ਵਿੱਚ ਉਹਦਾ ਫਾਦਰ, ਕਿਉਂਕਿ ਉਹ ਜਿਹੜੀ ਸਪੀਚ ਸੀਗੀ ਉਹ ਬਹੁਤ ਹੀ ਇੰਪੋਰਟੈਂਟ ਸੀ ਉਹਦੇ ਵਾਸਤੇ, ਜਿਹੜੀ ਕਿ ਕੇਜ਼ੀਆ ਨੇ ਟੁਕੜਿਆਂ ਦੇ ਵਿੱਚ ਕੱਟ ਕੇ ਕੁਸ਼ਨ ਦੇ ਵਿੱਚ ਫਿਲ ਕਰਤੀ ਸੀ। ਮਦਰ ਐਕਸਪਲੇਨ, ਹੀ ਸਟਾਪਡ ਐਂਡ ਸਟੇਅਰਡ ਐਟ ਦ ਚਾਈਲਡ। ਹੁਣ ਜਿਹੜੀ ਉਹਦੀ ਦਾਦੀ ਆ ਉਹ ਸਫਾਈਆਂ ਦੇਣ ਦੀ ਕੋਸ਼ਿਸ਼ ਕਰਦੀ ਆ ਆਪਣੇ ਬੇਟੇ ਨੂੰ, ਕੇਜ਼ੀਆ ਦੇ ਫਾਦਰ ਨੂੰ, ਬਟ ਜਿਹੜਾ ਫਾਦਰ ਹੈ ਉਹ ਇੰਨਾ ਗੁੱਸੇ ਦੇ ਵਿੱਚ ਆ, ਉਹ ਮਦਰ ਨੂੰ ਰੋਕ ਦਿੰਦਾ ਆ ਤੇ ਉਹ ਬੱਚੀ ਦੇ ਵੱਲ ਕੀ ਆ ਘੂਰਦਾ ਆ ਗੁੱਸੇ ਦੇ ਨਾਲ। ਡਿਡ ਯੂ ਡੂ ਦੈਟ? ਉਹ ਕਹਿੰਦਾ ਕਿ ਤੂੰ ਇਹ ਕੀਤਾ, ਮੇਰੀ ਸਪੀਚ ਮਤਲਬ ਤੂੰ ਜਿਹੜੀ ਆ ਉਹਨੂੰ ਕੱਟ ਦਿੱਤਾ ਪੀਸਿਸ ਦੇ ਵਿੱਚ। ਨੋ, ਸ਼ੀ ਵਿਸਪਰਡ। ਉਹ ਹੁਣ ਪਹਿਲਾਂ ਹੀ ਇੰਨੀ ਡਰੀ ਹੁੰਦੀ ਆ, ਹੁਣ ਪਤਾ ਹੈ ਕਿ ਫਾਦਰ ਇੰਨੇ ਗੁੱਸੇ ਦੇ ਵਿੱਚ ਆ, ਹੋਰ ਜ਼ਿਆਦਾ ਡਰੀ ਹੋਈ ਆ। ਫਿਰ ਸਟਟਰ ਕਰਕੇ ਕਹਿੰਦੀ ਆ ਕਿ ਨਹੀਂ ਮੈਂ ਨਹੀਂ ਕੀਤਾ। ਮਦਰ, ਗੋ ਅਪ ਟੂ ਹਰ ਰੂਮ ਐਂਡ ਫੈਚ ਡਾਊਨ ਦ ਡੈਮ ਥਿੰਗ। ਹੁਣ ਉਹ ਆਪਣੀ ਮਦਰ ਨੂੰ ਕਹਿੰਦਾ ਹੈ ਕਿ ਇਹਦੇ ਰੂਮ ਦੇ ਵਿੱਚ ਜਾਓ ਤੇ ਉਹ ਜਿਹੜੀ ਪੀਸਿਸ ਇਹਨੇ ਕੀਤੇ ਸੀ ਪੇਪਰ ਦੇ
ਉਹ ਨੀਚੇ ਲੈ ਕੇ ਆਓ। See that the child's put to bed this instant। ਹੁਣ ਜਿਹੜੀ ਕੁੜੀ ਆ ਉਹਨੂੰ ਭੇਜ ਦਿੱਤਾ ਜਾਂਦਾ ਹੈ ਉਹਦੇ ਰੂਮ ਦੇ ਵਿੱਚ। ਉਹ ਚਲੇ ਜਾਂਦੀ ਆ ਆਪਣੇ ਰੂਮ ਦੇ ਵਿੱਚ। ਉਹਦਾ ਫਾਦਰ ਉਹਨੂੰ ਉਸ ਟਾਈਮ ਤੇ ਕੁਛ ਨਹੀਂ ਕਹਿੰਦਾ। ਉਹ ਮੰਗਵਾ ਲੈਂਦਾ ਜਿਹੜੇ ਪੀਸਿਸ ਹੁੰਦੇ ਆ, ਜਿਹੜੇ ਉਹਨੇ ਪੀਸਿਸ ਕਰ ਦਿੱਤੇ ਹੁੰਦੇ ਉਹਦੀ ਸਪੀਚ ਦੇ, ਉਹ ਉਹਦੇ ਕੋਲੋਂ ਮੰਗਵਾਉਂਦਾ ਆਪਣੀ ਮਦਰ ਕੋਲੋਂ ਕਿ ਉਹ ਤੂੰ ਲਿਆ ਕੇ ਮੈਨੂੰ ਦੇ ਦੇ। ਤੇ ਕੁੜੀ ਜਿਹੜੀ ਆ ਉਹ ਚਲੇ ਜਾਂਦੀ ਆ ਆਪਣੇ ਰੂਮ ਦੇ ਵਿੱਚ। ਕੇਜ਼ੀਆ crying too much to explain, she lay in the shadowed room watching the evening light make a sad little pattern on the floor। ਹੁਣ ਬਹੁਤ ਜ਼ਿਆਦਾ ਰੋ ਰਹੀ ਆ ਕੇਜ਼ੀਆ। ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਉਹਨੇ ਜਾਣਬੁੱਝ ਕੇ ਜਿਹੜਾ ਆ ਉਹ ਨਹੀਂ ਕੱਟਿਆ ਸੀ ਉਹਦੇ ਪੇਪਰਸ ਨੂੰ। ਜਿਹੜੀ ਸਪੀਚ ਸੀ ਉਹਦੇ ਫਾਦਰ ਦੀ ਉਹਨੇ ਜਾਣਬੁੱਝ ਕੇ ਨਹੀਂ ਕੱਟੀ ਸੀ। ਬਟ ਉਹ ਕੀ ਆ, ਫਿਰ ਵੀ ਉਹਨੂੰ ਪਤਾ ਹੈ ਕਿ ਉਹਦਾ ਫਾਦਰ ਬਹੁਤ ਗੁੱਸੇ ਆ ਤੇ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਰੋਂਦੀ ਰੋਂਦੀ ਹੋਈ। ਤੇ ਉਹ ਇੱਕ ਸ਼ੈਡੋ ਰੂਮ ਦੇ ਵਿੱਚ, ਮਤਲਬ ਜਿੱਥੇ ਲਾਈਟ ਨਹੀਂ ਹੈਗੀ ਉੱਥੇ ਉਹ ਬੈਠੀ ਹੋਈ ਆ ਔਰ ਈਵਨਿੰਗ ਲਾਈਟ ਨੂੰ ਉਹ ਦੇਖ ਰਹੀ ਆ। ਤੇ ਜਿਹੜਾ ਰੂਮ ਦਾ ਜਿਹੜਾ ਫਲੋਰ ਆ, ਫਰਸ਼ ਆ, ਉਹਦੇ ਉੱਤੇ ਇੱਕ ਸੈਡ ਜਿਹੜਾ ਪੈਟਰਨ ਬਣਿਆ ਹੋਇਆ ਆ। Then father came into the room with a ruler in his hands। ਹੁਣ ਪਹਿਲਾਂ ਤਾਂ ਉਹਦੇ ਫਾਦਰ ਨੇ ਕੁਛ ਨਹੀਂ ਕਿਹਾ ਜਦੋਂ ਉਹਨੂੰ ਲੈ ਕੇ ਗਈ ਸੀ ਉਹਦੀ ਮਦਰ ਉਹਦੇ ਫਾਦਰ ਦੇ ਸਾਹਮਣੇ। ਤੇ ਜਦੋਂ ਹੁਣ ਲੜਕੀ ਆਪਣੇ ਰੂਮ ਦੇ ਵਿੱਚ ਆ ਗਈ ਹੈ ਕੇਜ਼ੀਆ, ਉਹਦਾ ਫਾਦਰ ਉਹਦੇ ਰੂਮ ਦੇ ਵਿੱਚ ਆਇਆ ਕੇਜ਼ੀਆ ਦੇ ਵਿੱਚ, ਤੇ ਉਹਦੇ ਫਾਦਰ ਦੇ ਹੱਥ ਦੇ ਵਿੱਚ ਕੀ ਆ, ਇੱਕ ਰੂਲਰ। ਠੀਕ ਹੈ, ਰੂਲਰ ਕੀ ਹੁੰਦਾ ਹੈ, ਸਕੇਲ ਜਿਹਨੂੰ ਆਪਾਂ ਕਹਿੰਦੇ ਆ। ਠੀਕ ਹੈ, I am going to beat you for this। ਉਹਦਾ ਫਾਦਰ ਕਹਿੰਦਾ ਕਿ ਮੈਂ ਤੈਨੂੰ ਹੁਣ ਇਸ ਕੰਮ ਦੇ ਵਾਸਤੇ ਕੁੱਟਣ ਲੱਗਾ ਆ, ਕਿਉਂਕਿ ਉਹਦੀ ਸਪੀਚ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀ। Oh no no, she screamed, hiding under the bedclothes। ਹੁਣ ਉਹ ਕੀ ਕਹਿੰਦੀ ਆ ਕਿ ਨਹੀਂ ਨਹੀਂ ਮੈਨੂੰ ਨਾ ਮਾਰੋ। ਉਹ ਆਪਣੇ ਆਪ ਨੂੰ ਕੀ ਕਰਦੀ ਆ, ਬੈੱਡ ਤੇ ਜਿਹੜੀਆਂ ਚਾਦਰ ਵਗੈਰਾ ਵਿਛੀ ਹੁੰਦੀ ਆ ਉਹਦੇ ਵਿੱਚ ਆਪਣੇ ਆਪ ਨੂੰ ਛੁਪਾਉਣਾ ਸ਼ੁਰੂ ਕਰ ਦਿੰਦੀ ਆ। He pulled them aside। ਉਹ ਚਾਦਰ ਵਗੈਰਾ ਕੱਪੜੇ ਸਾਈਡ ਤੇ ਕਰ ਦਿੰਦਾ ਉਹਦਾ ਫਾਦਰ। Sit up, he ordered, and hold out your hands। ਉਹ ਕਹਿੰਦਾ ਕਿ ਉੱਠ ਕੇ ਬੈਠ ਬੈੱਡ ਦੇ ਉੱਤੇ ਤੇ ਆਪਣੇ ਹੱਥ ਜਿਹੜੇ ਉਹ ਅੱਗੇ ਕਰ। You must be taught once and for all not to touch what does not belong to you। ਉਹ ਕਹਿੰਦਾ ਕਿ ਤੈਨੂੰ ਇੱਕ ਵਾਰੀ ਇਹ ਚੀਜ਼ ਸਿਖਾਣੀ ਪਏਗੀ ਕਿ ਜਿਹੜੀ ਚੀਜ਼ ਤੇਰੇ ਲਈ ਨਹੀਂ ਬਣੀ ਹੋਈ ਆ ਉਹਨੂੰ ਤੂੰ ਹੱਥ ਨਹੀਂ ਲਾਣਾ। But it was for your birthday। ਹੁਣ ਫਿਰ ਸਟਟਰਿੰਗ ਕਰਨਾ ਸ਼ੁਰੂ ਕਰ ਦਿੰਦੀ ਆ। ਇੱਕ ਤਾਂ ਪਹਿਲਾਂ ਹੀ ਉਹ ਡਰਦੀ ਆ, ਹੁਣ ਉੱਪਰੋਂ ਪਤਾ ਆ ਕਿ ਮੇਰੀ ਜਿਹੜੀ ਆ ਪਿਟਾਈ ਹੋਣ ਵਾਲੀ ਆ ਫਾਦਰ ਤੋਂ, ਹੋਰ ਜ਼ਿਆਦਾ ਡਰ ਗਈ ਆ ਆਲਰੇਡੀ, ਉਹ ਰੋਂਦੀ ਪਈ ਆ। ਠੀਕ ਹੈ, ਫਿਰ ਸਟਟਰਿੰਗ ਕਰਨਾ ਸ਼ੁਰੂ ਕਰ ਦਿੰਦੀ ਆ ਕਿ ਬਟ ਮੈਂ ਇਹ ਜਿਹੜੀ ਸੀਗਾ ਇਹ ਪ੍ਰੈਜ਼ੈਂਟ ਹੀ ਬਣਾ ਰਹੀ ਸੀ ਤੁਹਾਡੇ ਬਰਥਡੇ ਵਾਸਤੇ। ਉਹ ਆਪਣੇ ਫਾਦਰ ਨੂੰ ਕਹਿ ਰਹੀ ਆ। Down came the ruler on her little pink palms। ਬਟ ਉਹਦੇ ਫਾਦਰ ਨੇ ਉਹਦੀ ਕੋਈ ਗੱਲ ਨਹੀਂ ਸੁਣੀ। ਉਹਦੇ ਹੱਥਾਂ ਦੇ ਉੱਤੇ ਜਿਹੜੀਆਂ ਉਹਦੀਆਂ ਪਿੰਕ ਜਿਹੜੀਆਂ ਹਥੇਲੀਆਂ ਸੀਗੀਆਂ ਉਹਦੇ ਉੱਤੇ ਉਹਨੇ ਕੀ ਆ, ਰੂਲਰ ਦੇ ਨਾਲ ਮਾਰਿਆ। Hours later, when grandmother had wrapped her in a shawl and rocked her in the rocking chair, the child clung it to her soft body। ਹੁਣ ਫਿਰ ਕੀ ਹੋਇਆ, ਜਦੋਂ ਕੁਝ ਘੰਟੇ ਬੀਤ ਚੁੱਕੇ ਇਹ ਸਾਰਾ ਕੁਝ ਹੋਣ ਤੋਂ ਬਾਅਦ, ਉਹਦੇ ਫਾਦਰ ਨੇ ਉਹਦੇ ਰੂਲਰ ਦੇ ਨਾਲ ਉਹਦੇ ਹੱਥਾਂ ਦੇ ਉੱਤੇ ਮਾਰਿਆ। ਠੀਕ ਹੈ, ਦੈਨ ਉਹਦੀ ਜਿਹੜੀ ਗ੍ਰੈਂਡ ਮਦਰ ਆ ਉਹਨੂੰ ਕੀ ਆ, ਕੱਪੜੇ ਦੇ ਵਿੱਚ, ਸ਼ਾਲ ਦੇ ਵਿੱਚ ਲਪੇਟ ਕੇ, ਰੌਕਿੰਗ ਚੇਅਰ ਹੁੰਦੀ ਆ ਨਾ ਜਿਹੜੀ ਹਿਲਦੀ ਹੈ, ਝੂਲਦੀ ਹੈ, ਠੀਕ ਹੈ, ਉਹਦੇ ਉੱਤੇ ਲੈ ਕੇ ਉਹਨੂੰ ਬੈਠ ਗਈ ਤੇ ਉਹਦੇ ਉੱਤੇ ਉਹਨੂੰ ਝੂਲੇ ਦੇ ਰਹੀ ਆ ਉਹਦੀ ਜਿਹੜੀ ਗ੍ਰੈਂਡ ਮਦਰ ਆ। ਤੇ ਜੋ ਕੇਜ਼ੀਆ ਆ ਉਹਨੇ ਆਪਣੀ ਜੋ ਗ੍ਰੈਂਡ ਮਦਰ ਦੀ ਬੋਡੀ ਦੇ ਨਾਲ ਉਹ ਇੱਕਦਮ ਚਿਪਕੀ ਹੋਈ ਆ। ਠੀਕ ਹੈ, ਉਹਨੇ ਪਕੜਿਆ ਹੋਇਆ ਉਹਦੀ ਬੋਡੀ ਨੂੰ। ਕਲੰਗ ਹੁੰਦਾ ਆ ਫੜਨਾ ਕਿਸੇ ਚੀਜ਼ ਨੂੰ। ਠੀਕ ਹੈ, ਉਹ ਆਪਣੀ ਗ੍ਰੈਂਡ ਮਦਰ ਦੇ ਨਾਲ ਇੱਕਦਮ ਚਿਪਕੀ ਹੋਈ ਆ। What did God make fathers for? She sobbed। ਹੁਣ ਉਹ ਆਪਣੀ ਦਾਦੀ ਨੂੰ ਪੁੱਛਦੀ ਆ ਕਿ ਰੱਬ ਨੇ ਜਿਹੜਾ ਫਾਦਰਸ ਆ ਉਹ ਕਿਸ ਚੀਜ਼ ਲਈ ਬਣਾਏ ਆ। She sobbed। sobbed ਹੁੰਦਾ ਆ ਜਦੋਂ ਕੋਈ ਰੋਂਦਾ ਆ ਬੱਚਾ, ਉਸ ਤੋਂ ਬਾਅਦ ਸਿਸਕੀਆਂ ਲੈਂਦਾ ਹੈ ਨਾ, ਉਹ ਕੀ ਆ, ਸੋਬ ਕਰ ਰਹੀ ਆ ਤੇ ਪੁੱਛ ਰਹੀ ਆ ਆਪਣੀ ਦਾਦੀ ਨੂੰ ਕਿ ਗੋਡ ਨੇ ਫਾਦਰਸ ਕਿਉਂ ਬਣਾਏ ਆ। Here's a clean hanky, darling, blow your nose, go to sleep, pet you all, you will forget all about it in the morning। ਹੁਣ ਉਹਦੀ ਦਾਦੀ ਜਿਹੜੀ ਆ ਉਹਦੇ ਕੋਲ ਉਹਦੀ ਗੱਲ ਦਾ ਜਵਾਬ ਨਹੀਂ ਆ ਕਿ ਉਹ ਪੁੱਛ ਰਹੀ ਆ ਕਿ ਗੋਡ ਨੇ ਫਾਦਰ ਕਿਸ ਚੀਜ਼ ਲਈ ਬਣਾਏ ਆ। ਉਹ ਉਹਨੂੰ ਵਿਚਾਰੀ ਨੂੰ ਕੰਸੋਲ ਕਰ ਰਹੀ ਆ, ਕੇਜ਼ੀਆ ਨੂੰ ਹੈਂਕੀ ਦਿੰਦੀ ਆ ਕਿ ਆਪਣਾ ਤੂੰ ਨੱਕ ਸਾਫ਼ ਕਰ ਲਾ। ਉਹ ਕਹਿੰਦੀ ਕਿ ਤੂੰ ਸੋ ਜਾ, ਸਵੇਰ ਤੱਕ ਸਾਰਾ ਕੁਝ ਭੁੱਲ ਜਾਏਂਗੀ।
I tried to explain to father but he was too upset to listen tonight. ਉਹ ਕਹਿੰਦੀ ਕਿ ਮੈਂ ਫਾਦਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਇੰਨਾ ਜ਼ਿਆਦਾ ਗੁੱਸੇ 'ਚ ਸੀ, ਇੰਨਾ ਜ਼ਿਆਦਾ ਅਪਸੈਟ ਸੀ ਮੇਰੀ ਇਸ ਗੱਲ ਨੂੰ ਲੈ ਕੇ ਕਿ ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ. But the child never forgot. Next time she saw him, she quickly put both hands behind her back and a red color flew into her cheeks. ਬਟ ਹੁਣ ਜਿਹੜੀ ਉਹ ਬੱਚੀ ਆ ਉਹਦੇ ਦਿਮਾਗ ਤੇ ਉਹ ਇੰਨਾ ਜ਼ਿਆਦਾ ਗਹਿਰਾ ਐਕਸਪ੍ਰੈਸ਼ਨ ਪੈ ਗਿਆ ਆ ਉਸ ਚੀਜ਼ ਦਾ, ਉਹਦੀ ਪਿਟਾਈ ਹੋਈ ਆ ਕਿ ਉਹ ਜਦੋਂ ਵੀ ਹੁਣ ਉਸ ਇਨਸੀਡੈਂਟ ਤੋਂ ਬਾਅਦ ਆਪਣੇ ਫਾਦਰ ਨੂੰ ਦੇਖਦੀ ਸੀ ਨਾ, ਉਹ ਆਪਣੇ ਹੱਥਾਂ ਨੂੰ ਆਪਣੀ ਬੈਕ ਦੇ ਪਿੱਛੇ ਲੁਕਾ ਲੈਂਦੀ ਸੀ ਤੇ ਉਹਦੇ ਜਿਹੜੀਆਂ ਗੱਲਾਂ ਸੀ ਉਹ ਬਿਲਕੁਲ ਲਾਲ ਹੋ ਜਾਂਦੀਆਂ ਸੀ. ਉਹ ਆਪਣੇ ਹੱਥਾਂ ਨੂੰ ਕਿਉਂ ਛੁਪਾ ਲੈਂਦੀ ਸੀ? ਕਿਉਂਕਿ ਉਹਨੂੰ ਡਰ ਸੀਗਾ ਕਿ ਉਹਦਾ ਫਾਦਰ ਜਿਹੜਾ ਆ ਉਹ ਫੇਰ ਉਹਦੀ ਪਿਟਾਈ ਨਾ ਕਰ ਦੇਵੇ. ਸੋ ਸਟੂਡੈਂਟਸ, ਅੱਜ ਅਸੀਂ ਇੰਨਾ ਹੀ ਰੀਡ ਕਰਾਂਗੇ. ਰੈਸਟ ਆਫ ਦਾ ਪਾਰਟ ਵੀ ਵਿਲ ਡਿਸਕਸ in our next lecture. Just read the chapter from your book also. Keep learning. Thank you.